ओम नमो शिवाय। तीजा खंड अध्याय 63वां। ब्रह्मा जी कहन लगे, हे नारद, इस तरह शिव जी ਉੱਥੋਂ ਵਿਦਾ ਹੋ ਕੇ ਨਗਰ ਦੇ ਬਾਹਰ ਠਹਿਰੇ। ਦੂਜੇ ਪਾਸੇ ਮੁਨੀਆਂ ਨੇ ਹਿਮਾਚਲ ਨੂੰ ਕਿਹਾ, ਹੁਣ ਗਿਰਜਾ ਨੂੰ ਵੀ ਵਿਦਾ ਕਰੋ। ਹੁਣ ਇਹ ਸਮਾਚਾਰ ਅੰਦਰ ਮੈਨਾ ਦੇ ਕੋਲ ਭੇਜਿਆ ਗਿਆ ਤੇ ਮੈਨਾ ਸੁਣ ਕੇ ਪਿਆਰ ਦੇ ਸਾਗਰ ਵਿੱਚ ਡੁੱਬ ਗਈ। ਨਗਰ ਦੀਆਂ ਸਭ ਇਸਤਰੀਆਂ ਨੂੰ ਬੁਲਾਇਆ ਗਿਆ। ਉਹ ਸਭ ਕੱਪੜਿਆਂ ਅਤੇ ਗਹਿਣਾਂ ਨਾਲ ਸਜੀਆਂ ਹੋਈਆਂ ਗਿਰਜਾ ਨੂੰ ਵਿਦਾ ਕਰਨ ਲਈ ਆਈਆਂ। ਬ੍ਰਾਹਮਣ ਨੇ ਗਿਰਜਾ ਨੂੰ ਪਤੀਵਰਤਾ ਧਰਮ ਦੀ ਸਿੱਖਿਆ ਦਿੰਦੇ ਹੋਏ ਕਿਹਾ, ਹੇ ਗਿਰਜਾ, ਆਪਣੇ ਪਤੀ ਦੀ ਸੇਵਾ ਵਿੱਚ ਬਹੁਤ ਖੁਸ਼ੀ ਦੇਣ ਵਾਲੀ ਹੈ। ਤੁਸੀਂ ਰਾਤ ਦਿਨ ਪਤੀ ਦੀ ਸੇਵਾ ਵਿੱਚ ਹੀ ਲੱਗੀ ਰਹਿਣਾ। ਇਸਤਰੀ ਲਈ ਇਸ ਵਰਗਾ ਕੋਈ ਦੂਜਾ ਤਪ ਨਹੀਂ ਹੈ। ਦੁਨੀਆ ਵਿੱਚ 4 ਚੀਜ਼ਾਂ ਬਹੁਤ ਸੁੱਖ ਦੇਣ ਵਾਲੀਆਂ ਹਨ। ਪਹਿਲਾ ਪਤੀ, ਪ੍ਰੇਮੀ, ਦੂਜਾ ਧਰਮ, ਤੀਜਾ ਇਸਤਰੀ ਅਤੇ ਚੌਥਾ ਸੰਤੋਖ। ਪਰ ਇਹਨਾਂ ਚਾਰਾਂ ਦੀ ਪ੍ਰੀਖਿਆ ਮੁਸੀਬਤ ਸਮੇਂ ਵਿੱਚ ਹੀ ਹੋ ਸਕਦੀ ਹੈ। ਜੋ ਇਸਤਰੀ ਆਪਣੇ ਪਤੀ ਦੀ ਇੱਜ਼ਤ ਨਹੀਂ ਕਰਦੀ, ਉਹਨਾਂ ਦੀ ਸੇਵਾ ਨਹੀਂ ਕਰਦੀ, ਉਹ ਸੱਚਮੁੱਚ ਹੀ ਨਰਕ ਵਿੱਚ ਜਾਂਦੀ ਹੈ। ਇਸ ਲਈ ਇਸਤਰੀ ਨੂੰ ਸਭ ਕੁਝ ਤਿਆਗ ਕੇ ਸਿਰਫ ਆਪਣੇ ਪਤੀ ਦੀ ਹੀ ਸੇਵਾ ਕਰਨੀ ਚਾਹੀਦੀ ਹੈ। ਵੇਦਾਂ ਵਿੱਚ 4 ਤਰ੍ਹਾਂ ਦੀਆਂ ਇਸਤਰੀਆਂ ਦਾ ਵਰਣਨ ਹੈ। ਪਹਿਲੀ ਉੱਤਮ ਉਹ ਹੈ ਜੋ ਸੁਪਨੇ ਵਿੱਚ ਵੀ ਪਰਾਏ ਪੁਰਖ ਦਾ ਮਨ ਵਿੱਚ ਵਿਚਾਰ ਨਾ ਲਿਆਵੇ। ਦੂਜੀ ਮੱਧਮ, ਜੋ ਹੋਰ ਪੁਰਖ ਪਰਾਏ ਪੁਰਖ ਨੂੰ ਪੁੱਤਰ, ਪਿਤਾ ਅਤੇ ਭਰਾ ਵਾਂਗ ਸਮਝੇ। ਤੀਜੀ ਨਿਰਦਿਸ਼ਟ, ਜੋ ਆਪਣੇ ਧਰਮ ਦਾ ਵਿਚਾਰ ਕਰਦੇ ਪਰਾਏ ਪੁਰਖ ਦੀ ਸੰਗਤ ਤੋਂ ਬਚੀ ਰਹੇ। ਚੌਥੀ ਬਹੁਤ ਅਧਮ ਨੀਚ, ਜੋ ਆਪਣੇ ਪਤੀ ਅਤੇ ਕੁਲ ਦੇ ਡਰ ਨਾਲ ਦੂਜੇ ਦੀ ਸੰਗਤ ਤੋਂ ਬਚ ਜਾਵੇ। ਸਮੇਂ ਤੋਂ ਨਾ ਡਰਨਾ ਵੀ ਚੌਥੀ ਤਰ੍ਹਾਂ ਦੀ ਇਸਤਰੀ ਵਿੱਚ ਹੀ ਗਿਣਿਆ ਗਿਆ ਹੈ। ਪਤੀਵਰਤਾ ਇਸਤਰੀਆਂ ਦੀ ਸਭ ਇੱਜ਼ਤ ਕਰਦੇ ਹਨ। ਹੇ ਨਾਰਦ, ਬ੍ਰਾਹਮਣ ਇਸਤਰੀਆਂ ਗਿਰਜਾ ਨੂੰ ਇਸ ਤਰ੍ਹਾਂ ਸਮਝਾਉਂਦਿਆਂ ਹੋਇਆਂ ਫਿਰ ਕਹਿਣ ਲੱਗੀਆਂ ਕਿ ਇਸਤਰੀ ਤੋਂ ਭਾਵੇਂ ਕਈ ਪਾਪ ਹੋਏ ਹੋਣ, ਪਰ ਉਹ ਸਿਰਫ ਆਪਣੇ ਪਤੀਵਰਤਾ ਧਰਮ ਨਾਲ ਹੀ ਸਵਰਗਾਂ ਨੂੰ ਪ੍ਰਾਪਤ ਕਰਦੀ ਹੈ। ਹੇ ਗਿਰਜਾ, ਸ਼ਿਵ ਜੀ ਦੀਆਂ ਜਿੰਨੀਆਂ ਇਸਤਰੀਆਂ ਤੇ ਕਿਰਪਾ ਕਰਦੇ ਰਹੇ ਹਨ, ਉਨੀ ਹੋਰ ਕਿਸੇ ਤੇ ਨਹੀਂ। ਜੋ ਇਸਤਰੀਆਂ ਆਪਣੇ ਪਤੀ ਦਾ ਵਿਰੋਧ ਕਰਦੀਆਂ ਹਨ, ਉਹ ਬਿਨਾਂ ਸ਼ੱਕ ਨਰਕੀ ਹਨ। ਉਹਨਾਂ ਦੀ ਪਛਾਣ ਇਹ ਹੈ ਕਿ ਉਹ ਦੂਜਾ ਜਨਮ ਧਾਰਨ ਕਰਕੇ ਜਾਂ ਤਾਂ ਜਵਾਨੀ ਵਿੱਚ ਹੀ ਵਿਧਵਾ ਹੋ ਜਾਂਦੀਆਂ ਹਨ ਜਾਂ ਪਤੀ ਨਾਲ ਕਈ ਤਰ੍ਹਾਂ ਦੇ ਦੁੱਖਾਂ ਨੂੰ ਭੋਗਦੀਆਂ ਹਨ। ਪਤੀਵਰਤਾ ਇਸਤਰੀਆਂ ਦੀ ਵੇਦ ਵਿੱਚ ਵੀ ਵਡਿਆਈ ਕਰਦੇ ਹਨ। ਇਸਤਰੀ ਲਈ ਠੀਕ ਹੈ ਕਿ ਉਹ ਪਹਿਲਾਂ ਆਪਣੇ ਪਤੀ ਨੂੰ ਸੁਆਣ ਤੇ ਬਾਅਦ ਆਪ ਸੌਣ। ਪਤੀ ਜੋ ਆਗਿਆ ਦੇਵੇ ਉਸ ਨੂੰ ਬਿਨਾਂ ਕਿਸੇ ਜ਼ਿੱਦ ਤੇ ਪੂਰਾ ਕਰੇ। ਬੁਰੀਆਂ ਇਸਤਰੀਆਂ ਨਾਲ ਪਿਆਰ ਅਤੇ ਸੰਗਤੀ ਨਾ ਰੱਖੇ। ਆਪਣੇ ਮੂੰਹੋਂ ਕਦੇ ਵੀ ਪਤੀ ਦੀ ਬੁਰਾਈ ਦੇ ਸ਼ਬਦ ਨਾ ਕੱਢੇ। ਇਕੱਲੀ ਨਾ ਰਹੇ। ਜਿੱਥੇ ਆਪਣੇ ਪਤੀ ਦੀ ਖੁਸ਼ੀ ਅਤੇ ਇੱਛਾ ਦੇਖੇ, ਉੱਥੇ ਆਪ ਵੀ ਜ਼ਿਆਦਾ ਪਿਆਰ ਵਧਾਵੇ ਅਤੇ ਆਪਣੇ ਪਤੀ ਨੂੰ ਕਿਸੇ ਵੇਲੇ ਵੀ ਨਾ ਛੱਡੇ। ਮੁਸੀਬਤ ਵੇਲੇ ਵੀ ਇੱਕੋ ਤਰ੍ਹਾਂ ਹੀ ਦੇਖੇ। ਅਜਿਹੇ ਨਿਯਮ ਨਾਲ ਚੱਲੇ ਜਿਸ ਨਾਲ ਪਤੀ ਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ। ਜੋ ਇਸਤਰੀ ਆਪਣੇ ਪਤੀ ਦੀ ਇੱਛਾ ਤੋਂ ਬਿਨਾਂ ਵਰਤ ਆਦਿ ਕਰਦੀ ਹੈ, ਉਹ ਆਪਣੇ ਪਤੀ ਦੀ ਉਮਰ ਘੱਟ ਕਰਦੀ ਹੈ ਅਤੇ ਆਪ ਨਰਕ ਵਿੱਚ ਜਾਂਦੀ ਹੈ। ਅਤੇ ਇਸਤਰੀ ਲਈ ਠੀਕ ਹੈ ਕਿ ਉਹ ਪਤੀ ਤੋਂ ਉੱਚੇ ਸਥਾਨ ਤੇ ਨਾ ਬੈਠੇ ਅਤੇ ਨਾ ਪਤੀ ਦੇ ਅੱਗੇ ਕਿਸੇ ਪਰਾਈ ਇਸਤਰੀ ਦੀ ਗੱਲ ਕਰੇ। ਝੂਠ ਅਤੇ ਬੁਰੇ ਵਚਨ ਮੂੰਹੋਂ ਨਾ ਕੱਢੇ। ਹਮੇਸ਼ਾ ਲੜਾਈ ਝਗੜਿਆਂ ਤੋਂ ਦੂਰ ਰਹੇ। ਜੋ ਕਿਸੇ ਵੇਲੇ ਉਸ ਪਤੀ ਮਾਰ ਕੁੱਟ ਕਰੇ ਤਾਂ ਇਸਤਰੀ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਭੱਜਣਾ ਚਾਹੀਦਾ ਹੈ। ਬ੍ਰਹਮਾ ਜੀ ਕਹਿਣ ਲੱਗੇ, ਹੇ ਨਾਰਦ, ਬ੍ਰਾਹਮਣ ਇਸਤਰੀਆਂ ਗਿਰਜਾ ਨੂੰ ਫੇਰ ਸਮਝਾਉਂਦੇ ਹੋਏ ਕਹਿਣ ਲੱਗੀਆਂ, ਹੇ ਗਿਰਜਾ, ਦੇਖੋ, ਅਤਰੀ ਬ੍ਰਾਹਮਣ ਦੀ ਇਸਤਰੀ ਅਨੁਸੂਇਆ ਨੇ ਇਸ ਧਰਮ ਨਾਲ ਕਿੰਨਾ ਸੁਖ ਪ੍ਰਾਪਤ ਕੀਤਾ ਅਤੇ ਵਾਰਾਹ ਮੁਨੀ ਨੂੰ ਆਪਣੇ ਤੇਜ ਨਾਲ ਜਲਾ ਕੇ ਦੂਜੇ ਇੱਕ ਬ੍ਰਾਹਮਣ ਨੂੰ ਜ਼ਿੰਦਾ ਕੀਤਾ। ਪਤੀਵਰਤਾ ਧਰਮ ਦੀ ਕਥਾ ਮੁਨੀ ਇਸ ਤਰ੍ਹਾਂ ਕਹਿੰਦੇ ਹਨ ਕਿ ਇੱਕ ਤਪਸਵੀ ਤਪ ਕਰਦੇ ਹੋਏ ਇੱਕ ਬਗੁਲੀ ਨੇ ਉਹਨਾਂ ਦੇ ਸਿਰ ਤੇ ਬਿੱਠ ਕਰ ਦਿੱਤੀ। ਜਦ ਤਪਸਵੀ ਨੇ ਉੱਪਰ ਇੱਕ ਨਜ਼ਰ ਚੁੱਕ ਕੇ ਦੇਖਿਆ ਤਾਂ ਉਸ ਸਮੇਂ ਬਗੁਲੀ ਜਲ ਕੇ ਭਸਮ ਹੋ ਗਈ। ਇਹ ਦੇਖ ਕੇ ਤਪਸਵੀ ਨੇ ਅੰਦਾਜ਼ਾ ਲਗਾਇਆ ਕਿ ਸਾਡਾ ਤਪ ਹੁਣ ਪੂਰਾ ਹੋ ਗਿਆ ਹੈ। ਇਸੇ ਵਿਚਾਰ ਨਾਲ ਉਹ ਤਪ ਨੂੰ ਛੱਡ ਕੇ ਚਲਦੇ ਫਿਰਦੇ ਇੱਕ ਪਤੀਵਰਤਾ ਇਸਤਰੀ ਦੇ ਦਰਵਾਜ਼ੇ ਤੇ ਆਏ। ਉਸ ਇਸਤਰੀ ਨੇ ਤਪਸਵੀ ਦੀ ਬਹੁਤ ਸੇਵਾ ਕੀਤੀ ਅਤੇ ਦਰਵਾਜ਼ੇ ਤੇ ਤਪਸਵੀ ਨੂੰ ਠਹਿਰਾ ਕੇ ਆਪ ਘਰ ਵਿੱਚ ਦਾਨ ਲਈ ਕੱਪੜੇ ਲੈਣ ਗਈ। ਕਿਸਮਤ ਨਾਲ
ਉਸ ਦੇ ਪਤੀ ਨੇ ਘਰ ਵਿੱਚ ਉਸ ਨੂੰ ਕਿਸੇ ਕੰਮ ਲਈ ਕਿਹਾ। ਉਹ ਸਮੇਂ ਕੰਮ ਵਿੱਚ ਲੱਗ ਗਈ ਅਤੇ ਤਪਸਵੀ ਦੀ ਗੱਲ ਭੁੱਲ ਗਈ। ਜਦ ਉਹ ਪਤੀ ਦੀ ਸੇਵਾ ਕਰ ਰਹੀ ਤਦ ਦਾਨ ਲੈ ਕੇ ਦਰਵਾਜ਼ੇ 'ਤੇ ਆਈ। ਉਸ ਨੂੰ ਦੇਖ ਕੇ ਤਪਸਵੀ ਨੇ ਗੁੱਸੇ ਹੋ ਕੇ ਸ਼ਰਾਪ ਦੇਣ ਦੀ ਇੱਛਾ ਕੀਤੀ। ਉਸ ਸਮੇਂ ਉਸ ਇਸਤਰੀ ਨੇ ਤਪਸਵੀ ਨੂੰ ਗੁੱਸੇ ਵਿੱਚ ਦੇਖ ਕੇ ਕਿਹਾ, ਹੇ ਤਪਸਵੀ, ਮੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਤੁਸੀਂ ਇੰਨਾ ਗੁੱਸਾ ਕਿਉਂ ਕਰਦੇ ਹੋ ਕਿ ਮੈਂ ਬਗੁਲੀ ਹਾਂ? ਇੰਨਾ ਕਹਿ ਕੇ ਤਪਸਵੀ ਦਾ ਹੰਕਾਰ ਨਸ਼ਟ ਹੋ ਗਿਆ। ਉਸਨੇ ਉਸਦੀ ਵਾਰ-ਵਾਰ ਤਾਰੀਫ ਕਰਦੇ ਇਸ ਗੱਲ ਨੂੰ ਸਮਝਿਆ ਕਿ ਪਤੀਵਰਤਾ ਧਰਮ ਸਭ ਧਰਮਾਂ ਤੋਂ ਵੱਡਾ ਹੈ। ਹੇ ਗਿਰਜੇ, ਤੁਸੀਂ ਵਿਸ਼ਵਾਸ ਰੱਖੋ ਕਿ ਦੁਨੀਆ ਵਿੱਚ ਪਤੀ ਤੋਂ ਵੱਧ ਕੇ ਹੋਰ ਕੋਈ ਦੇਵਤਾ ਨਹੀਂ। ਇਤੀ ਅਧਿਆਇ 63ਵਾਂ ਸਮਾਪਤ।